नाम जिहड़ा खूबसूरती अते एलिगेंस का प्रतीक है। असी लैके आए हाँ उच्च क्वालिटी के स्टाइल, कलर अते टैक्सचर का सम्मेल। बहुत सारे किस्मां के कैनेडा विच बने हुए सोफाज, लव सीट्स, बेड्स, अपहोल्स्टर बेड्स, चेयर्स, शेज, सैक्शनल्स अते एक्सैसरीज, कस्टम डिज़ाइन पीसिस या साडी अपनी कलैक्शन नाल अपने घर नूं सजाण दा आनंद माणो। कॉल 1866 842 6824। डॉक्टर अली कनानी ऑर्थोडोंटिक्स के सर्टिफाइड स्पैशलिस्ट हैं। ये हर किस्म दी डेंटल ते फेशियल इररेगुलरिटीज़ की जांच करके इलाज करते हैं ते रोकथाम के तरीके दसते हैं। साफ सुथरे माहौल ते लेटेस्ट मशीन्स के नाल बच्चों तो लैके बजुर्गों तक की ट्रीटमेंट की जाती है। इलाज कराओ ते एयर माइल्स भी पाओ। क्रिएटिंग ब्यूटीफुल स्माइल्स। गिलफर्ड ऑर्थोडोंटिक सेंटर 604 599 2212 या लैंगली ऑर्थोडोंटिक्स 604 533 6696। द हरप्रीत सिंह शो के अज इस एपीसोड में एक बार फिर करता हाँ आप सबका हार्दिक स्वागत। थोड़ा मेरे साथ होंगे मंडे टू थर्सडे रात को 10 तो लैके 11 बजे तक, मंडे टू फ्राइडे सवेरे 8 तो लैके 9 बजे तक, और सैटरडे को 2 बारी सांझ पाई जाती है, दोपहर को 2 तो लैके 3 बजे तक, और रात 9 तो लैके 10 बजे तक। पिछले 2 हफ्ते के दौरान तुहाडे नाल असीं पंजाब तो आए हुए साडे मेहमान सरदार हरचरण सिंह संधू जिहड़े कि साबका PCS ऑफिसर ने, उन्होंने सांझ तुहाडे नाल पवाई सी, जिस दे विच कि उन्होंने बहुत ही महत्वपूर्ण जानकारी तुहानूं दित्ती एज फार एज जिन्हां दी जमीनां पंजाब विच हन। उसी ਨੂੰ मुख रखते हुए ਅਸੀਂ ਅੱਗੇ ਅੱਜ ਫਿਰ ਮੁੜ ਤੋਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਐਜ਼ ਐਨ ਐਡਮਿਨਿਸਟ੍ਰੇਟਿਵ ਆਫਿਸਰ ਇਹਨਾਂ ਉੱਚ ਪਦਵੀਆਂ ਤੇ ਬੈਠ ਕੇ ਇਹਨਾਂ ਕੋਲ ਕਿਹੜੇ ਇਸ਼ੂਜ਼ ਖਾਸ ਤੌਰ ਤੇ NRIs ਵੱਲੋਂ ਲਿਆਂਦੇ ਗਏ ਤੇ ਜਿਨ੍ਹਾਂ ਦੇ ਬਾਰੇ ਇਹ ਸਮਝਦੇ ਨੇ ਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਤੇ ਉਹਨਾਂ ਦੇ ਵਾਸਤੇ ਕਿਹੜੀ ਚੀਜ਼ਾਂ ਤੋਂ ਉਹਨਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ। ਲੈਟਸ ਵੈਲਕਮ ਸਰਦਾਰ ਹਰਚਰਨ ਸਿੰਘ ਸੰਧੂ जी। आनंद जी वंस अगेन सत श्री अकाल सारे दर्शकों ਨੂੰ मेरी सत श्री अकाल जी। सो संधू साहब एज एन एडमिनिस्ट्रेटिव ऑफिसर ਵੱਖਰੀ पदवियां ਤੇ ਤੁਸੀਂ ਰਹੇ, ਤਹਿਸੀਲਦਾਰ ਵੀ ਰਹੇ, ਤੁਸੀਂ SDM ਵੀ ਰਹੇ, ਅਸਿਸਟੈਂਟ ਕਮਿਸ਼ਨਰ ਵਜੋਂ ਵੀ ਕੰਮ ਕੀਤਾ। ਹੁਣ ਜਦੋਂ ਅਸੀਂ NRIs ਦੀ ਗੱਲ ਕਰਨੇ ਆ ਤਾਂ ਸਾਡਾ ਤਾਂ ਇਹ ਹੁੰਦਾ ਕਿ ਉੱਥੇ ਜਾ ਕੇ ਕਿਸੇ ਅਫਸਰ ਨੂੰ ਮਿਲ ਲਈਏ, ਬੜਾ ਮੁਸ਼ਕਿਲ ਹੁੰਦਾ ਅਫਸਰ ਨੂੰ ਵੀ ਮਿਲਣਾ ਕਿਉਂਕਿ ਜਿਹੜੇ ਬਾਹਰ ਬੈਠੇ ਹੁੰਦੇ ਨੇ ਉਹੀ ਅਫਸਰਾਂ ਨੂੰ ਮਿਲਣ ਨਹੀਂ ਦਿੰਦੇ ਹੈਗੇ। ਸੋ ਅੱਜ ਜੇਕਰ ਜੋ ਤੁਸੀਂ ਐਜ਼ ਲੰਮੇ ਸਮੇਂ ਜਿਹੜਾ ਤੁਸੀਂ ਐਜ਼ ਐਡਮਿਨਿਸਟ੍ਰੇਟਿਵ ਆਫਿਸਰ ਉੱਥੇ ਕੰਮ ਕੀਤਾ, ਜਿਹੜੇ ਇਸ਼ੂਜ਼ ਤੁਹਾਡੇ ਕੋਲ ਆਏ ਜਿਹੜੇ ਤੁਸੀਂ ਸਮਝਦੇ ਹੋ ਕਿ ਲੋਕਾਂ ਨੂੰ ਪਤਾ ਹੋਣਾ ਚਾਹੀਦੇ ਨੇ, ਉਸ ਤੋਂ ਅੱਜ ਸਾਨੂੰ ਜਾਣੂ ਕਰਾਓ ਜੀ। ਜੀ ਇੱਕ ਤਾਂ ਇਹ ਕਿ ਮੇਰਾ ਮਿਲਣ ਦਾ ਨਾ ਬੋਰਡ ਲੱਗਿਆ ਹੁੰਦਾ ਸੀ ਜਿੰਨੀ ਜਿੱਥੇ ਨੌਕਰੀ ਕੀਤੀ ਹੈ ਜੀ, ਮੇਰੇ ਲੋਕ ਮੈਨੂੰ ਜਾਣਦੇ ਆ। ਮਿਲਣ ਦਾ ਸਮਾਂ ਕਰਕੇ ਅਫਸਰ ਲਿਖਦੇ ਇੰਨੇ ਤੋਂ ਇੰਨੇ ਤੱਕ ਮੈਂ ਲਿਖਿਆ ਸੀ ਹਰ ਵੇਲੇ ਜੇ ਮੀਟਿੰਗ ਜਾਂ ਅਦਾਲਤ ਵਿੱਚ ਨਾ ਹੋਣ। ਠੀਕ, ਜੇ ਮੀਟਿੰਗ ਕਰ ਰਹੇ ਹਾਂ ਤਾਂ ਨੈਚੁਰਲੀ ਡਿਸਟਰਬੈਂਸ ਅਵੋਇਡ ਕਰੀ ਦੀ ਹੈ, ਤੇ ਜੇ ਕੋਰਟ ਕਰ ਰਹੇ ਹਾਂ ਤਾਂ ਉਹਦੇ ਕੋਰਟ ਦੇ ਵਿੱਚ ਤਾਂ ਜਾਣਾ ਨਹੀਂ ਹੁੰਦਾ। ਹਰ ਵਕਤ ਲੋਕਾਂ ਨੂੰ ਮਿਲਣਾ। ਅਸੀਂ ਪਬਲਿਕ ਸਰਵੈਂਟ ਦੇ ਤੌਰ 'ਤੇ ਨੌਕਰੀ ਕਰਦੇ ਹਾਂ, ਅਸੀਂ ਇਹਨਾਂ ਦੀ ਸੇਵਾ ਵਿੱਚ ਹਾਂ। ਲੋਕਾਂ ਦੇ ਟੈਕਸ ਦੇ ਨਾਲ ਸਾਨੂੰ ਤਨਖਾਹਾਂ ਮਿਲਦੀਆਂ, ਤੇ ਇਹਨਾਂ ਦੀ ਜੇ ਸੇਵਾ ਨਹੀਂ ਕਰਾਂਗੇ ਤਾਂ ਅਸੀਂ ਅਧਰਮ ਕਰ ਰਹੇ ਹੋਵਾਂਗੇ ਆਪਣੇ ਇਸ ਨੌਕਰੀ ਦੇ ਨਾਲ, ਜਸਟਿਸ ਨਹੀਂ। ਸੰਧੂ ਸਾਹਿਬ ਬਹੁਤ ਖੂਬ ਕਿ ਤੁਹਾਡੀ ਐਡੀ ਉੱਚੀ ਸੋਚ ਹੈਗੀ ਹੈ, ਕਾਸ਼ ਇਹ ਸਾਰੇ ਅਫਸਰਾਂ 'ਚ ਆ ਜਾਏ ਤਾਂ ਕਿ ਕੋਈ ਪ੍ਰੋਬਲਮ ਨਹੀਂ ਆਏ। ਬਹਰਾਲ ਸੋ ਕਿਹੜੇ ਇਸ਼ੂਜ਼ ਤੁਹਾਡੇ ਤੱਕ ਮੇਜਰ ਬਹੁਤ ਮਸਲੇ ਮੈਂ ਕੋਸ਼ਿਸ਼ ਕੀਤੀ ਆ ਉਹਦੀ ਨੌਕਰੀ ਦੌਰਾਨ ਹੱਲ ਕਰਨ ਦੀ, ਲੇਕਿਨ ਅਕਸਰ ਕਿਸ ਤਰ੍ਹਾਂ ਦੇ ਕੇਸ ਜਿਸ ਤਰ੍ਹਾਂ ਤੁਸੀਂ ਪ੍ਰਸ਼ਨ ਕੀਤਾ ਆਉਂਦੇ ਰਹੇ ਆ। ਇੱਕ ਤਾਂ ਇਹ ਕਿ ਕਈ ਵੀਰਾਂ ਦੇ ਵਿੱਚੋਂ ਜਮਾਂਬੰਦੀ ਦੇ ਵਿੱਚੋਂ ਨਾ ਹੀ ਉੱਡ ਜਾਣਾ ਜੀ, ਮਾਲਕੀ ਦੇ ਖਾਨੇ ਦੇ ਵਿੱਚ ਨਾ ਉਹਨਾਂ ਦਾ ਪਹਿਲਾਂ ਚੱਲਦਾ ਸੀਗਾ। ਕੀ ਹੁੰਦਾ ਕਿ ਪਟਵਾਰੀ 4 ਸਾਲਾਂ ਉਮਰੋਂ, ਜਿਹਨੂੰ 4 ਸਾਲਾਂ ਕਹਿੰਦੇ ਵੈਸੇ 5 ਸਾਲਾਂ ਉਮਰੋਂ ਜਮਾਂਬੰਦੀ ਦੀ ਨਕਲ ਤਿਆਰ ਕਰਦੇ ਆ। ਉਹ ਕਰਦੇ ਹੋਇਆ ਨੀਅਤਨ ਜਾਂ ਸ਼ਰਾਰਤਨ, ਮੈਂ ਇਸ ਲਈ ਤਾਂ ਤਸਦੀਕ ਨਹੀਂ ਕਰਦਾ ਕਿ ਕਿਹੜੀ ਗੱਲ ਕਿਵੇਂ, ਲੇਕਿਨ ਹੋ ਸਕਦਾ ਸਹਿਵਨ ਉਹਨਾਂ ਤੋਂ ਕੋਈ ਗਲਤੀ ਹੋ ਜੇ, ਹੋ ਸਕਦਾ ਉਹਨਾਂ ਨੇ ਕਿਸੇ ਵਿਅਕਤੀ ਤੋਂ ਕੁਛ ਲੈ ਦੇ ਕੇ ਜਾਂ ਸ਼ਰਾਰਤ ਦੇ ਨਾਲ ਕਿਸੇ ਦਾ ਨਾਂ ਕੱਢਿਆ, ਜਮਾਂਬੰਦੀ 'ਚੋਂ ਨਾਂ ਹੀ ਕੱਢ ਦਿੰਦੇ ਰਹੇ। ਅੱਛਾ ਜੀ। ਤਾਂ ਉਹ ਜਿਹੇ ਮਸਲੇ ਆਏ ਜਿਹਨੂੰ ਉਹ ਦੱਸਿਆ ਸੀ ਜਿਸ ਤਰ੍ਹਾਂ ਪਹਿਲਾਂ ਕਿ ਮੈਂ ਇੱਕ ਵਾਰ ਕਿ ਲੈਂਡ ਰੈਵਨਿਊ ਰਿਕਾਰਡਸ ਦਾ ਮੈਂ ਪਹਿਰਾ ਹੈ LRM ਦਾ 7.29, ਉਹਦੇ ਨਾਲ ਦਰੁਸਤੀ ਕਰਨ ਦੇ ਅਧਿਕਾਰ SDM ਕੋਲ ਹੁੰਦੇ ਜੀ। ਪਿਛਲਾ ਰਿਕਾਰਡ ਖੋਲ੍ਹਣਾ ਜਦੋਂ ਉਹਦਾ ਨਾਂ ਆਉਂਦਾ ਸੀਗਾ, ਕਿਸੇ ਵੀ ਮਾਲਕ ਦਾ ਨਾਂ ਬਿਨਾਂ ਕਿਸੇ ਇੰਤਕਾਲ ਤੋਂ ਖਾਰਜ ਨਹੀਂ ਕੀਤਾ ਜਾ ਸਕਦਾ। ਕੋਈ ਅਦਾਲਤ ਦਾ ਹੁਕਮ ਹੋਊਗਾ ਜਾਂ ਖੁਦ ਕਿਸੇ ਨੇ ਤਬਾਦਲਾ ਕਰ ਲਿਆ, ਤਬਦੀਲ ਮਲਕੀਅਤ ਕਰ ਲਈ, ਜਾਂ ਕਿਸੇ ਨੇ ਵੈਅ ਕਰ ਦਿੱਤੀ ਗਹਿਣੇ ਕਰ, ਉਹਦੇ ਨਾਲ ਜਾਊਗਾ। ਅਦਰਵਾਈਜ਼ ਕਿਸੇ ਦਾ ਨਾਂ ਮਾਲਕੀ ਦੇ ਖਾਨੇ 'ਚੋਂ ਨਹੀਂ ਨਿਕਲ ਸਕਦਾ। ਠੀਕ ਹੈ ਜੀ। ਦੂਸਰੀ ਚੀਜ਼ ਇਸ ਤਰ੍ਹਾਂ ਦੇ ਕਿ ਗਿਰਦੌਰੀਆਂ ਦੇ ਕੇਸ ਜ਼ਿਆਦਾ ਆਏ ਨੇ ਜੀ। ਕਿਸੇ ਨੇ ਵਿਚਾਰੇ ਨੇ 5 ਸਾਲ 10 ਸਾਲ ਕੋਈ ਪਿੰਡ ਨਹੀਂ ਆਇਆ, ਤੇ ਜਿਹਨੂੰ ਜ਼ਮੀਨ ਦਿੱਤੀ ਸੀ ਉਹਨੇ ਠੇਕਾ ਦੇਣਾ ਦਾ ਇੱਕ ਪਾਸੇ ਰਹਿ ਗਿਆ, ਉਹਨੇ ਆਪਦੀ ਗਿਰਦੌਰੀ ਆਪਦੇ ਨਾਂ ਕਰਾ ਲਈ। ਜ਼ਮੀਨ ਕਿਸੇ ਮਾਲਕ ਦੀ ਹੋਰ ਹੈ, ਤੁਹਾਡੀ ਜ਼ਮੀਨ ਹੈ, ਗਿਰਦੌਰੀ ਕੋਈ ਹੋਰ ਕਰਾਈ ਬੈਠਾ ਹੈ। ਤੇ ਗਿਰਦੌਰੀ ਜਦੋਂ ਇੱਕ ਵਾਰ ਦਰਜ ਹੋ ਜਾ ਕੇ ਜਮਾਂਬੰਦੀ 'ਚ ਆ ਜਾਂਦੀ ਹੈ,
ਉਸ ਨੂੰ ਨਾ ਪਟਵਾਰੀ ਬਦਲ ਸਕਦਾ ਜੀ। ਤੇ ਨਾ ਹੀ ਛੇਤੀ ਕੀਤੇ ਤਹਿਸੀਲਦਾਰ। ਅਗਲੀ ਜਮ੍ਹਾਂਬੰਦੀ ਦੇ ਉੱਤੇ ਲਾਸਟ ਗਰਦੌਰੀ ਜਦੋਂ ਆਊਗੀ ਉਦੋਂ ਜਾ ਕੇ ਉਸ ਨੇ ਚੇਂਜ ਹੋਣਾ ਹੁੰਦਾ ਹੈ। ਠੀਕ। ਇਹਨਾਂ ਕੇਸਾਂ ਨੂੰ ਅਸੀਂ ਪਹਿਲੇ ਆਧਾਰ ਤੇ ਡੀਲ ਕੀਤਾ ਔਰ ਜਦੋਂ ਗਰਦੌਰੀਆਂ ਹੋਈਆਂ NRI ਦੇ ਕੇਸਾਂ 'ਚ ਨਾਲ ਦੀ ਨਾਲ ਗਰਦੌਰੀ ਦਰੁਸਤ ਕੀਤੀ ਹੈ ਜੀ। ਅਪੀਲ ਜਲਦੀ ਤੋਂ ਜਲਦੀ ਡਿਸਾਈਡ ਕੀਤੀ ਹੈ, ਕਿਉਂਕਿ ਜੇ ਗਲਤੀ ਨਜ਼ਰ ਆ ਰਹੀ ਹੈ ਰਿਕਾਰਡ ਤੋਂ ਤਾਂ ਉਸ ਨੂੰ ਦਰੁਸਤ ਕਰਨ 'ਚ ਸਾਡਾ ਲੱਗਦਾ ਕੀ। ਠੀਕ। ਤੀਸਰੀ ਚੀਜ਼ ਜਿਹੜੀ ਜੀ ਉਹ ਜਿਸ ਤਰ੍ਹਾਂ ਮੈਂ ਪਹਿਲਾਂ ਇੱਕ ਵਾਰ ਜ਼ਿਕਰ ਕੀਤਾ ਸੀ ਕਿ ਔਰ ਅਟਾਰਨੀਜ਼ ਜਿਹੜੀਆਂ ਦਿੱਤੀਆਂ ਹੋਈਆਂ ਸੀ ਜੀ। ਲੋਕਾਂ ਨੇ ਕਿਸੇ ਨੇ ਮਿਸਯੂਜ਼ ਕਰ ਲਈ, ਕਿਸੇ ਨੇ ਉਹਦੇ ਉੱਤੇ ਕੋਈ ਲੋਨ ਚੱਕ ਲਿਆ, ਕਿਸੇ ਨੇ ਕੁਛ ਕਰ ਲਿਆ, ਉਹਨਾਂ ਦੇ ਮਸਲੇ ਸੀ। ਉਹ ਜਿਸ ਤਰ੍ਹਾਂ ਹੀ ਮੈਂ ਮਤਲਬ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਨੂੰ ਨਜਿੱਠਦਾ ਰਹਾਂ ਤਾਂ ਕਿ ਲੋਕਾਂ ਨੂੰ ਆਪਦੇ ਹੱਕਾਂ ਪ੍ਰਤੀ ਜਿੱਥੇ ਸੁਚੇਤ ਹੋਣਾ ਹੈ ਉੱਥੇ ਆਪਦੀ ਜ਼ਮੀਨ ਜੋ ਉਹਦੇ ਨਾਲ ਸੰਬੰਧਿਤ ਇੰਤਕਾਲ, ਵੈਰ, ਰਜਿਸਟਰੀ, ਹੁਣ ਕਈ ਕੋਸ਼ਿਸ਼ ਕਰਦੇ ਆ ਕਿ ਅਸੀਂ ਵਸੀਅਤ ਕਰ ਦਈਏ ਆਪਣੇ ਪੁੱਤਰਾਂ ਦੇ ਨਾਂ, ਜਿਸ ਤਰ੍ਹਾਂ ਜਾਂ ਜਿਹਦੇ ਵੀ ਨਾਂ ਉਸਨੂੰ ਜਿਹਨੂੰ ਵੀ ਉਹ ਬੈਨੀਫਿਟ ਦੇਣਾ ਚਾਹੁੰਦੇ ਜ਼ਮੀਨ ਦਾ। ਸਰਕਾਰ ਨੇ ਬੜਾ ਸੌਖਾ ਤਰੀਕਾ ਰੱਖਿਆ ਜਾਂ ਉਹਨੇ ਤਜਰਬੇ ਤੋਂ ਕਿ ਜੇਕਰ ਹੁਣ ਤੁਸੀਂ ਜਿਉਂਦੇ ਜੀ ਤੁਹਾਡੀ ਵਸੀਅਤ ਹਮੇਸ਼ਾ ਉਦੋਂ ਲਾਗੂ ਹੋਣੀ ਹੈ ਜਦੋਂ ਇਸ ਜਹਾਨ ਤੋਂ ਕੂਚ ਕਰ ਜਾਈਦਾ। ਲੇਕਿਨ ਜਿਉਂਦੇ ਜੀ ਆਪਣੇ ਜੇਕਰ ਉਹਨਾਂ ਵਾਰਸਾਂ ਦੇ ਨਾਲ ਆਉਣਾ ਚਾਹੁੰਦੇ ਹੋ ਜਾਂ ਵਾਰਸਾਂ ਵਿੱਚੋਂ ਕੁਛ ਦੇ ਨਾਲ ਆਉਣਾ ਚਾਹੁੰਦੇ ਹੋ ਸਿਲੈਕਟਿਵ, ਜਿਸ ਤਰ੍ਹਾਂ ਤੁਸੀਂ ਵਸੀਅਤ ਨੂੰ ਆਪਣੇ ਨੂੰ ਜਿਉਂਦੇ ਜੀ ਲਾਗੂ ਕਰਨਾ ਚਾਹੁੰਦੇ ਹੋ ਤਾਂ ਅਧਿਕਾਰ ਹੈ ਔਰ ਉਹਦੀ ਫੀਸ ਵੀ ਕੋਈ ਖਾਸ ਨਹੀਂ ਹੈ। 1% ਰਜਿਸਟ੍ਰੇਸ਼ਨ ਦੀ ਫੀਸ ਲੱਗਦੀ ਹੈ, ਉਹਦੇ ਤੇ ਸਟਾਂਪ ਦੀ ਸਟੈਂਪ ਡਿਊਟੀ ਕੋਈ ਨਹੀਂ ਲੱਗਦੀ ਜੀ। ਉਹਦੇ ਨਾਲ ਬੈਠੇ ਉਠਾਏ ਨਾ ਤਾਂ ਮੌਤ ਤੋਂ ਮਗਰੋਂ ਦੇ ਝਗੜੇ ਆ ਜਿਹੜੇ ਉਹ ਖਤਮ ਹੋ ਜਾਂਦੇ ਆ ਤੇ ਨਾਲੇ ਬੰਦਾ ਸੰਤੁਸ਼ਟ, ਹੀ ਡਾਈਜ਼ peacefully and satisfied ਕਿ ਹਾਂ ਮੈਂ ਜੋ ਕਰਨਾ ਚਾਹੁੰਦਾ ਸੀ ਉਹ ਕਰ ਚੁੱਕਾ ਹੈਗਾ। ਇਹਦੇ ਲਈ ਪੰਜਾਬ ਸਰਕਾਰ ਨੇ ਹਦਾਇਤਾਂ ਵੀ ਜਾਰੀ ਕੀਤੀਆਂ ਔਰ ਇਹਦੇ ਲਈ ਸਾਡੇ ਕੋਲ ਬਕਾਇਦਾ ਅਧਿਕਾਰ ਵੀ ਹਨ। ਸੋ ਜਿਸ ਤਰ੍ਹਾਂ ਤੁਸੀਂ ਪਿਛਲੇ ਪ੍ਰੋਗਰਾਮਸ ਦੱਸਿਆ ਸੀ ਕਿ ਇਹ ਚੀਜ਼ਾਂ ਸ਼ਰਾਰਤਨ ਜਾਂ ਹੋ ਗਏ, ਇਹ ਚੇਂਜ ਹੋ ਗਿਆ, ਪਰ ਹੁਣ ਕਿਉਂਕਿ ਕੰਪਿਊਟਰਾਈਜੇਸ਼ਨ ਹੋ ਗਿਆ ਇਸ ਨਾਲ ਤਾਂ ਹੁਣ ਤਾਂ ਇਹ ਸੰਭਵ ਨਹੀਂ ਹੋਏਗਾ। ਕੰਪਿਊਟਰਾਈਜੇਸ਼ਨ ਦੇ ਸ਼ਰਾਰਤ ਦੀ ਗੁੰਜਾਇਸ਼ ਬਹੁਤ ਘੱਟ ਹੈ ਜੀ, ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਵਾਰ ਜ਼ਰੂਰ ਆਪਣੇ ਅੰਦਰਾਜ਼ ਚੈੱਕ ਕਰ ਲਓ। ਇਹਦੀਆਂ ਘੱਟੋ ਘੱਟ ਆਪਣੇ ਮੋਗੇ ਤੋਂ ਮੈਂ ਰਿਟਾਇਰ ਹੋਇਆ, ਮੈਂ ਆਪਣੇ ਹਲਕੇ ਦੀਆਂ 3000 ਤੋਂ ਉੱਤੇ ਗਲਤੀਆਂ ਮੈਂ ਖੁਦ ਆਪ ਠੀਕ ਕੀਤੀਆਂ। ਲਗਾਤਾਰ ਅਸੀਂ ਪਟਵਾਰੀ ਨੂੰ ਰਿਕਾਰਡ ਦੇਖਣਾ, ਫਿਰ ਵੀ ਅਸੀਂ ਤਸਦੀਕ ਨਹੀਂ ਕਰ ਸਕਦੇ ਕਿਸੇ ਦਾ ਹਿੱਸਾ ਬਣਾਉਣ ਲੱਗਿਆ ਹਿੱਸਾ ਘੱਟ ਜਾਂ ਵੱਧ ਲਿਖਿਆ ਜਾਂਦਾ ਤਾਂ ਉਹਦੇ 'ਚ ਕੋਈ ਸ਼ਰਾਰਤ ਨਹੀਂ, ਕਿਉਂਕਿ ਸਾਰਾ ਕੰਮ ਠੇਕੇ ਤੇ ਦਿੱਤਾ ਹੋਇਆ, ਜਿਹਦੇ ਵਿੱਚ ਇੰਨੇ ਪਟਵਾਰੀ ਨਹੀਂ ਕਰ ਸਕਦੇ। ਪਟਵਾਰੀ ਓਵਰਆਲ ਚੈੱਕ ਕਰਦੇ ਹੋ ਉਸ ਨੂੰ, ਲੇਕਿਨ ਇੱਕ ਵੱਖਰੀ ਕੰਪਨੀ ਹੈ ਹਾਰਟਰਨ ਵਾਲੀ ਜਿਨ੍ਹਾਂ ਨੇ ਇਸ ਨੂੰ ਸਾਰਾ ਡਾਟਾ ਇਕੱਠਾ ਕਰ ਰਹੀ ਹੈ ਔਰ ਜੋ ਇਸ ਨੂੰ ਕੰਪਿਊਟਰਾਈਜ਼ ਕਰ ਰਹੀ ਹੈ। ਉਹ ਕਿਉਂਕਿ ਉਹ ਟੈਕਨੀਕਲ ਬੰਦੇ ਨਹੀਂ ਹੈ, ਉਹਨਾਂ ਨੂੰ ਰੈਵਨਿਊ ਦਾ ਸੁਝਾਅ ਤਾਂ ਦਿੱਤਾ ਗਿਆ, ਫਿਰ ਵੀ ਹਰੇਕ ਮਾਲਕ ਨੂੰ ਚਾਹੀਦਾ ਉਹ ਤਸਦੀਕ ਕਰੇ ਉਹਦਾ ਹਿੱਸਾ ਠੀਕ ਹੈ, ਤੇ ਜੇ ਨਹੀਂ ਤਾਂ ਜਿਸ ਤਰ੍ਹਾਂ ਮੈਂ ਇੱਥੇ ਬੈਠਾ ਜੋ ਬੰਦੇ ਜ਼ਰੂਰ ਉਡਾ ਲੈਣ ਘੱਟੋ ਘੱਟ ਤੇ ਮਾਲਕੀ ਦਾ ਉਹਨਾਂ ਦਾ ਦਸਤਾਵੇਜ਼ ਆਉਣਾ। ਸੋ ਕਿਹੜੀਆਂ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਇੱਕ NRI ਕੋਲ ਜਿਹਦੇ ਨਾਲ ਕਿ ਐਟਲੀਸਟ ਉਹਨੂੰ ਇਹ ਯਕੀਨ ਰਹੇ ਕਿ ਉਹਦਾ ਜਿਹੜਾ ਨਾਂ ਹੈਗਾ ਉਹ ਤਾਂ ਉੱਥੇ ਹੀ ਹੈਗਾ, ਉਹ ਚੇਂਜ ਚੂੰਜ ਨਹੀਂ ਹੋ ਗਿਆ। ਨਾਂ ਜਿਸ ਤਰ੍ਹਾਂ ਮੈਂ ਦੱਸਿਆ ਜਮ੍ਹਾਂਬੰਦੀ ਦੇ ਜੇਕਰ ਖਾਨਾ ਮਾਲਕੀ ਦੇ ਵਿੱਚ ਇੱਕ ਵਾਰ ਆ ਗਿਆ ਤੁਹਾਡਾ ਨਾਂ ਤਾਂ ਕੋਈ ਮਾਈ ਦਾ ਲਾਲ ਉਸ 'ਚੋਂ ਖਾਰਜ ਨਹੀਂ ਕਰ ਸਕਦਾ ਵਿਦਆਊਟ ਯੂਰ ਕੰਸੈਂਟ, ਤੁਹਾਡੇ ਰਜ਼ਾਮੰਦੀ ਜਾਂ ਤੁਹਾਡੇ ਦਸਤਖਤਾਂ ਤੋਂ ਹੋ ਗਿਆ। ਹਾਂ, ਉਹਦੇ 'ਚ ਹਰੇਕ ਵਿਅਕਤੀ ਨੂੰ, ਹਰੇਕ NRI ਨੂੰ ਕਹੂੰਗਾ ਕਿ ਇੱਕ ਵਾਰ ਉਹਦੀ ਲੇਟੈਸਟ ਜਮ੍ਹਾਂਬੰਦੀ ਦੀ ਨਕਲ ਲੈ ਕੇ ਉਸ ਨੂੰ ਜ਼ਰੂਰ ਇੰਟਰਪ੍ਰੀਟ ਕਰਾ ਲਓ ਕਿ ਵਾਕਈ ਜਿੰਨੀ ਜ਼ਮੀਨ ਤੁਸੀਂ ਕਹਿੰਦੇ ਉਨੀ ਜ਼ਮੀਨ ਤੁਹਾਡੇ ਨਾਂ ਹੈਗੀ ਹੈ। ਔਰ ਜੇਕਰ ਉਹਦੇ ਵਿੱਚ ਅੱਗੋਂ ਜਮ੍ਹਾਂਬੰਦੀ ਵਿੱਚ ਆ ਜਾਣਾ ਖਾਨਾ ਕਾਸ਼ਤ ਵਿੱਚ ਕਿ ਕਬਜ਼ਾ ਕਿਸੇ ਹੋਰ ਦਾ ਨਜਾਇਜ਼ ਕਬਜ਼ਾ ਤਾਂ ਨਹੀਂ ਬੋਲੇ ਜਾਂਦਾ, ਕਿਸੇ ਨੇ ਫਜ਼ੂਲ ਤੁਹਾਡੇ ਵਾਲੀ ਜ਼ਮੀਨ ਦੇ ਨੰਬਰ ਦੇ ਕੇ ਲੋਨ ਤਾਂ ਨਹੀਂ ਚੱਕ ਲਿਆ, ਕਿਸੇ ਨੇ ਕਰਜ਼ਾ ਤੁਹਾਡੀ ਜ਼ਮੀਨ ਦੇ ਨੰਬਰ ਦੇ ਕੇ ਚੱਕ ਲਿਆ, ਸਭ ਕੁਛ ਸੰਭਵ ਹੈ। ਮੈਂ ਇਹ ਨਹੀਂ ਕਹਿੰਦਾ ਕਿ ਪੰਜਾਬ ਦਾ ਉਹ ਤੁਹਾਡਾ ਮੈਂ ਕੋਈ ਉਹਨਾਂ ਜ਼ਿੰਮੇਵਾਰ ਕਹਿੰਦੇ ਹਾਂ ਕਿ ਮੈਂ ਸਾਰਿਆਂ ਦਾ ਲੈ ਲਾਂ, ਲੇਕਿਨ ਇੰਨਾ ਜ਼ਰੂਰ ਹੈ ਕਿ ਆਪਦੇ ਇਲਾਕੇ ਦਾ ਅਸੀਂ ਰਿਕਾਰਡ ਦਰੁਸਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤੇ ਜਿੱਥੇ ਜਿੱਥੋਂ ਦੇ ਜਿੱਥੇ ਦੇ ਵੀਰ ਬੈਠੇ ਨੇ, ਜਿੱਥੇ ਜਿੱਥੇ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਹੈਗੀਆਂ, ਉਹਦਾ ਇੱਕ ਵਾਰ ਰਿਕਾਰਡ ਲੈ ਕੇ ਇੱਕ ਤੇ ਦੂਸਰਾ ਅਕਸ ਲੱਠਾ ਜਾਂ ਜਿਸ ਨੂੰ ਅਕਸ ਛਜਰਾ ਕਹਿੰਦੇ ਆ ਜ਼ਮੀਨ ਦਾ ਨਕਸ਼ਾ, ਅੱਛਾ ਜੀ, ਉਹਦੀ ਵੀ ਨਕਲ ਲੈ ਕੇ ਆਪਣੇ ਕੋਲ ਰੱਖ ਲਓ। ਬਾਅਦ ਦੇ ਵਿੱਚ ਤਾਂ ਸਾਰਾ ਇੰਟਰਨੈਟ ਤੇ ਕੱਢ ਲਿਆ ਕਰਾਂਗੇ, ਇੱਕ ਵਾਰ ਲੈ ਕੇ ਜ਼ਰੂਰ ਮੰਗਵਾ ਕੇ ਰੱਖ ਲੈਣ ਔਰ ਉਸ ਨੂੰ ਉਡਾ ਲੈਣ, ਇੰਟਰਪ੍ਰੀਟ ਕਰ ਲੈਣ, ਆਪਣੀ ਤਸੱਲੀ ਹੋ ਜਾਊ ਉਹਨਾਂ ਨੂੰ ਕਿ ਸਾਡੀ ਜੋ ਜ਼ਮੀਨ ਹੈ, ਜਿਹੜੀ ਮੇਰੀ ਜ਼ਮੀਨ ਦੇ ਕਿੱਲੇ ਜਾਂ ਖੇਤ ਹੈਗੇ ਆ ਉਹ ਆਹ ਹੈਗੇ ਆ, ਮੇਰੀ ਨਾ ਬੋਲਦੇ, ਇਹਦੇ ਤੇ ਕਬਜ਼ਾ ਵੀ ਮੇਰਾ ਹੀ ਹੈ, ਇਹਨਾਂ ਨਾਲ ਤਸੱਲੀ ਹੋ ਜਾਊਗੀ, ਬਾਕੀ ਮਸਲਾ ਕੋਈ ਨਹੀਂ ਹੈ। ਔਨ ਦ ਲਾਈਟਰ ਸਾਈਡ ਸੰਧੂ ਸਾਹਿਬ, ਜੋ ਵਰਡਿੰਗ ਹੁੰਦੀ ਹੈ ਉਹ ਇੱਕ ਆਮ ਬੰਦੇ ਦੀ ਸਮਝ ਤੋਂ ਬਾਹਰ ਹੈ, ਕਿਉਂਕਿ ਉਹ ਬ੍ਰਿਟਿਸ਼ਰਸ ਤਾਂ ਚਲੇ ਗਏ ਲੇਕਿਨ ਉਹਨਾਂ ਦੀ ਜਿਹੜੀ ਵਰਡਿੰਗ ਸੀ ਉਹ ਅੱਜ ਵੀ ਚੱਲ ਰਹੀ ਹੈ। ਕਿ ਇਸ ਪ੍ਰਤੀ ਵੀ ਸਰਕਾਰ ਐਜ਼ ਐਨ ਐਡਮਿਨਿਸਟ੍ਰੇਟਿਵ ਆਫਿਸਰ ਕੀ ਤੁਸੀਂ ਇਹ ਵੀ ਕੋਈ ਉਪਰਾਲੇ ਕੀਤੇ ਕਿ ਜਿੰਨਾ ਉਹ ਵਰਡਿੰਗ ਇੰਨੀ ਕੰਪਲੈਕਸ ਵਰਡਿੰਗ ਹੈਗੀ ਉਸ ਨੂੰ ਸਿੰਪਲੀਫਾਈ ਕੀਤਾ ਜਾਏ ਤਾਂ ਕਿ ਕੋਈ ਮੇਰੇ ਵਰਗਾ ਬੰਦਾ ਜਿਸ ਨੂੰ ਕਿ ਨਹੀਂ ਇਹ ਸਮਝ ਆਉਂਦੀ ਉਸ ਨੂੰ ਸਮਝ ਆ ਜਾਏ? ਹਰਪ੍ਰੀਤ ਜੀ ਦੇਖੋ, ਅਸੀਂ ਅੰਗਰੇਜ਼ੀ ਦੇ ਵਿੱਚ ਵੀ ਹੁਕਮ ਲਿਖਦੇ ਰਹੇ ਹਾਂ, ਲੇਕਿਨ ਜਦੋਂ ਤੋਂ ਪੰਜਾਬ ਸਰਕਾਰ ਨੇ ਲਾਗੂ ਕੀਤਾ ਹੈ ਘੱਟੋ ਘੱਟ ਮੈਂ ਆਪਣੇ ਹੁਕਮ ਸਾਰੇ ਦੇ ਸਾਰੇ ਪੰਜਾਬੀ 'ਚ ਲਿਖੇ ਆ, ਜਿੰਨੇ ਵੀ ਕੋਰਟ ਆਰਡਰਸ ਨੇ
ਜਦੋਂ ਸਿਰਫ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਜੇ ਕੋਈ ਕੇਸ ਜਾਣਾ ਹੁੰਦਾ ਉਹਦੀ ਟਰਾਂਸਲੇਸ਼ਨ ਕਰਨੀ ਹੁੰਦੀ ਹੈ, ਸਿਰਫ ਉਹ ਇੰਗਲਿਸ਼ ਦੀ ਟਰਾਂਸਲੇਸ਼ਨ ਕੀਤੀ ਹੈ। ਠੀਕ। ਤੇ ਇਹ ਵੀ ਜੋ ਖਾਨੇ ਆ, ਕਿਉਂਕਿ ਰਿਕਾਰਡ ਸ਼ੁਰੂ ਤੋਂ ਉਸ ਨੂੰ ਰਿਲੇਟ ਕਰਨਾ ਔਖਾ ਹੋ ਜਾਊਗਾ, ਇਸ ਕਰਕੇ ਕੁਝ ਫਾਰਸੀ ਦੇ ਉਹ ਲਫ਼ਜ਼ ਜਿਹੜੇ ਬਦਲੇ ਨਹੀਂ ਜਾ ਸਕਦੇ, ਜਿਹੜੇ ਬਦਲੇ ਜਾ ਸਕਦੇ ਸੀ ਉਹਨਾਂ ਦੀ ਤਰਮੀਮ ਕਰ ਦਿੱਤੀ ਹੈ, ਬਦਲੀ ਕਰ ਦਿੱਤੀ ਹੈ। 14 ਖਾਨਿਆਂ ਤੋਂ 8 ਖਾਨੇ ਤੇ ਜਮ੍ਹਾਂਬੰਦੀ ਲੈ ਜਾਂਦੀ ਹੈ। ਅੱਛਾ ਜੀ। ਤੇ ਵੇਲੋੜੇ ਜਿਹੜੇ ਸੀ ਉਹ ਕੱਢ ਦਿੱਤੇ ਆ। ਫਿਰ ਵੀ ਐਟਲੀਸਟ ਇਨੀਸ਼ੀਏਟਿਵ ਹੈਜ਼ ਬੀਨ ਟੇਕਨ, ਸਮਥਿੰਗ ਇਜ਼ ਬੀਇੰਗ ਡਨ। ਕੋਸ਼ਿਸ਼ ਕਰ ਰਹੇ। ਅਖੀਰ ਵਿੱਚ ਜਾਂਦੇ ਜਾਂਦੇ ਜਿੱਥੇ ਤੁਸੀਂ ਇੱਕ ਚੰਗੇ ਅਫਸਰ ਵਜੋਂ ਵੀ ਕੰਮ ਕੀਤਾ, ਨਾਲ ਨਾਲ ਤੁਹਾਡੇ ਬਾਰੇ ਸਾਨੂੰ ਇਹ ਵੀ ਪਤਾ ਲੱਗਿਆ ਤੁਸੀਂ ਸ਼ਾਇਰ ਵੀ ਰਹੇ ਹੈਗੇ ਹੋ, ਤੇ ਜਿਹੜਾ ਤੁਹਾਡਾ ਯੋਗਦਾਨ ਸ਼ਾਇਰੀ 'ਚ ਹੈਗਾ, ਜਾਂਦੇ ਜਾਂਦੇ ਕੋਈ ਸ਼ਾਇਰ ਨਾਲ ਪ੍ਰੋਗਰਾਮ ਦੀ ਸਮਾਪਤੀ ਕਰੀਏ ਜੀ। ਇੰਨਾ ਕਿ ਜੀ ਬੰਦਾ ਸੰਤੁਸ਼ਟ ਤਾਂ ਹੁੰਦਾ ਨਹੀਂ, ਔਰ ਜਿੰਨਾ ਵੀ ਨਾ ਕੋਈ ਬੰਦਾ ਰੱਜ ਕੇ ਜੀ ਸਕਦਾ ਹੈ ਤੇ ਨਾ ਹੀ ਬੰਦਾ ਕਦੇ ਇਸ ਨਾਲ ਰਜੂਆ ਆਉਂਦਾ ਹੈ। ਮੈਨੂੰ ਇੰਨਾ ਜ਼ਰੂਰ ਸੰਤੁਸ਼ਟੀ ਹੈ ਕਿ ਮੈਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਜਿੱਥੇ ਮੈਂ ਰਿਹਾ, ਤੇ ਲੋਕਾਂ ਦਾ ਸੇਵਕ ਬਣ ਕੇ ਰਿਹਾ, ਕਿਸੇ ਲੀਡਰ ਦਾ ਲੈਵਲ ਨਹੀਂ ਲੱਗਣ ਦਿੱਤਾ ਅੱਜ ਤੱਕ। ਤੇ ਸੰਤੁਸ਼ਟੀ ਇਹ ਹੈ ਕਿ ਵੀ ਸਾਰੇ ਤਾਂ ਨਹੀਂ, ਘੱਟੋ ਘੱਟ ਮੈਂ ਕੁਛ ਨਾ ਕੁਛ ਤਾਂ ਹੱਲ ਕਰ ਸਕਿਆ। मतलब माना कि इस ज़मीं को ना गुलजार कर सके, कुछ खार ही कम कर गए गुजरे जिधर से हम। बहुत खूब जी, धन्यवाद एंड बेस्ट विशेस कि हुण तुसी यही सोच नूं लैके इत्थे आए हो ते लोकां दी इत्थे सहायता कर रहे हो। थैंक यू एंड बेस्ट विशेस फॉर योर टाइम। ਲਾਈਟਿੰਗ ਦੀ ਦੁਨੀਆ ਵਿੱਚ ਇੱਕੋ ਇੱਕ ਚਮਕਦਾ ਨਾਮ ਸੇਵ ਮੋਰ ਲਾਈਟਿੰਗ ਲਿਮਿਟਿਡ। ਪਿਛਲੇ 21 ਸਾਲਾਂ ਤੋਂ ਦੁਨੀਆ ਦੇ ਮਸ਼ਹੂਰ ਸਪਲਾਇਰਸ ਦੇ ਉੱਚ ਕੁਆਲਿਟੀ ਦੇ ਬ੍ਰਾਂਡਡ ਪ੍ਰੋਡਕਟਸ ਤੁਸੀਂ ਇੱਥੋਂ ਹੋਲਸੇਲ ਕੀਮਤਾਂ ਤੇ ਖਰੀਦ ਸਕਦੇ ਹੋ। ਸ਼ੈਂਡਲੀਅਰਸ, ਕ੍ਰਿਸਟਲਸ, ਸਪੌਟ ਲਾਈਟਸ, ਗਾਰਡਨ ਲਾਈਟਸ, ਪੈਂਡੈਂਟਸ, ਵੈਨਿਟੀ, ਆਊਟਡੋਰ ਲਾਈਟਿੰਗ ਇੱਕੋ ਛੱਤ ਹੇਠਾਂ ਤੁਸੀਂ ਬਹੁਤ ਹੀ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸਪੈਸ਼ਲ ਰੇਟਸ ਫॉर ਬਿਲਡਰਸ ਐਂਡ ਕੰਟਰੈਕਟਰਸ। ਅੱਜ ਹੀ ਪਹੁੰਚੋ ਸੇਵ ਮੋਰ ਲਾਈਟਿੰਗ, ਯੂਨਿਟ 137, 12639 80th Avenue, Surrey।